ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਈਂ ਜਿਹਾ ਪੋਥੀ ਦਾ ਭਾਗ ਪਹਿਲਾ 1912 ਈਸਵੀ ਤੋਂ 1945 ਈਸਵੀ ਤੱਕ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕੈ ਹੈ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਪ੍ਰਸੰਗ ਨੰਬਰ 1। ਬਾਬਾ ਜੀ ਦਾ ਜਨਮ ਅਸਥਾਨ ਪਿੰਡ ਈਚੋ ਗਿੱਲ। ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਵੱਲ ਨੂੰ ਲਗਭਗ 18 ਕੁ ਮੀਲ ਦੂਰ ਰਾਵੀ ਦਰਿਆ ਦੇ ਨੇੜੇ ਵਸਿਆ ਇੱਕ ਪਿੰਡ ਜਿਸ ਦਾ ਨਾਮ ਈਚੋ ਗਿੱਲ ਹੈ। ਈਚੋ ਗਿੱਲ ਸ੍ਰੀ ਨਨਕਾਣਾ ਸਾਹਿਬ ਤੋਂ ਕੁੱਲ 60 ਅਤੇ ਸ੍ਰੀ ਅੰਮ੍ਰਿਤਸਰ ਤੋਂ 27 ਕੁ ਮੀਲ ਦੀ ਦੂਰੀ 'ਤੇ ਸਥਿਤ ਹੈ। ਈਚੋ ਗਿੱਲ ਆਪਣੇ ਨਾਮ ਤੋਂ ਤਾਂ ਜੱਟਾਂ ਦੀ ਗਿੱਲ ਗੋਤ ਦੇ ਪੂਰਵਜਾਂ ਦਾ ਵਸਾਇਆ ਹੋਇਆ ਲੱਗਦਾ। ਸ਼ਾਇਦ ਈਚੋ ਜਾਂ ਤਾਂ ਉਹਨਾਂ ਦੇ ਕਿਸੇ ਪੂਰਵਜ ਦਾ ਨਾਮ ਹੋਵੇ ਜਾਂ ਉਹਨਾਂ ਦੇ ਨਾਮ ਦਾ ਸਮੇਂ ਨਾਲ ਵਿਗੜਿਆ ਰੂਪ ਹੋਵੇ। ਸਿੱਖ ਇਤਿਹਾਸ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਬਾਬਾ ਜੱਸਾ ਸਿੰਘ ਰਾਮਗੜੀਏ ਦਾ ਜਨਮ ਇਸੇ ਪਿੰਡ ਵਿੱਚ ਹੋਇਆ ਮੰਨਿਆ ਜਾਂਦਾ ਹੈ। 1965 ਦੀ ਭਾਰਤ ਪਾਕਿਸਤਾਨ ਦੀ ਜੰਗ ਦਾ ਇੱਕ ਕਾਰਨ ਈਚੋ ਗਿੱਲ ਨਹਿਰ ਬਣਾਉਣਾ ਹੁੰਦਾ ਹੈ। ਈਚੋ ਗਿੱਲ ਪਿੰਡ ਦੀ ਖਾਸੀਅਤ ਇਸ ਤੋਂ ਇਲਾਵਾ ਇਸ ਦੇ ਚੌਂ ਪਾਸੇ ਫੈਲੀ ਕਾਦਰ ਦੀ ਕੁਦਰਤ ਦੇ ਦਿਲ ਖਿੱਚਵੇਂ ਦ੍ਰਿਸ਼ਾਂ ਕਰਕੇ ਵੀ ਹੈ। ਇੱਥੇ ਅੰਬਰੀ ਉੱਡਦੇ ਪੰਛੀ ਰਾਵੀ ਦੇ ਠੰਡੇ ਠਾਰ ਪਾਣੀ ਨੂੰ ਆਪਣੇ ਚੁੰਝਾਂ ਵਿੱਚ ਭਰਦੇ, ਇੱਥੋਂ ਦੀਆਂ ਪੈਲੀਆਂ ਵਿੱਚ ਗੂੰਜਾਂ ਪਾਉਂਦੇ, ਮਾਨੋ ਇੱਕ ਦੂਜੇ ਨੂੰ ਇਸ ਦੇ ਪਾਣੀ ਦੀ ਮਿਠਾਸ ਬਾਰੇ ਦੱਸਦਿਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਹੋਣ। ਇੱਥੇ ਰਾਵੀ ਦੇ ਵਹਾਅ ਦੀ ਤੇਜ਼ੀ ਅੱਖਾਂ ਨੂੰ ਖਿੱਚਦੀ, ਧੜਕਣਾਂ 'ਚ ਨਵੇਂ ਉਬਾਲ ਭਰਦੀ। ਇਸ ਦੀ ਠੰਡੀ ਹਵਾ ਦਾ ਭਰਿਆ ਬੁੱਲਾ ਅਰਬੀ ਘੋੜੀ ਦੀ ਰਫ਼ਤਾਰ ਤੋਂ ਵੀ ਤੇਜ਼ੀ ਨਾਲ ਉੱਡਦਾ ਅਤੇ ਸਿੱਧਾ ਕਿਨਾਰਿਆਂ ਦੇ ਖੜਿਆਂ ਦੇ ਆਣ ਵੱਜਦਾ, ਜਿਵੇਂ ਇਸ ਨੇ ਹਿਮਾਲਾ ਗਲੇਸ਼ੀਅਰਾਂ ਤੋਂ ਨਿਕਲ ਪੰਜਾਬ ਪੁੱਜਣ ਦੇ ਖੁਸ਼ੀ ਦੇ ਪ੍ਰਗਟਾਵੇ ਦੀ ਜਾਚ ਇੰਝ ਹੀ ਸਿੱਖੀ ਹੋਵੇ। ਇਸ ਦੇ ਵਹਾਅ ਅੰਦਰੋਂ ਫੁੱਟਦੀਆਂ ਉਮੰਗਾਂ ਨੂੰ ਦੇਖ ਇੰਝ ਲੱਗਦਾ ਜਿਵੇਂ ਇਸ ਨੇ ਪੰਜਾਬ ਦੀ ਮਿੱਟੀ ਵਿੱਚ ਇੱਕਮਿਕ ਹੋਣ ਨੂੰ ਹੀ ਆਪਣੀ ਸੰਪੂਰਨਤਾ ਸਮਝ ਲਿਆ ਹੋਵੇ। ਜਿਵੇਂ ਇਸ ਦਾ ਡਾਢਾ ਲੰਮੇਰਾ ਸਫ਼ਰ, ਜੋ ਕਿ ਹਰ ਦਰਿਆ ਵਾਂਗਰਾਂ ਸਮੁੰਦਰ ਵਿੱਚ ਆਪਾ ਮੇਲ ਸਮੁੰਦਰ ਹੋਣ ਦਾ ਹੁੰਦਾ, ਇਸ ਨੇ ਆਪਣਾ ਆਪਾ ਤਾਂ ਪਹਿਲਾਂ ਹੀ ਪੰਜਾਬ ਨੂੰ ਹੀ ਮੰਜ਼ਿਲੇ ਮਕਸੂਦ ਸਾਗਰ ਸਮਝ ਵਾਰ ਲਿਆ ਹੋਵੇ। ਈਚੋ ਗਿੱਲ ਉਂਝ ਦਾ ਪੰਜਾਬ ਦੇ ਮਾਝੇ ਇਲਾਕੇ ਦੇ ਹੋਰਨਾਂ ਪਿੰਡਾਂ ਵਾਂਗ ਮੈਦਾਨੀ ਖੇਤਰ ਵਿੱਚ ਪੈਂਦਾ ਹੈ, ਪਰ ਰਾਵੀ ਦੇ ਇਸ ਦੀ ਨਾਲ ਮਿੱਟੀ ਨਾਲ ਕੀਤੇ ਮੋਹ, ਉੱਤਰ ਤੋਂ ਹਿਮਾਲਾ ਦੀਆਂ ਪਰਬਤ ਲੜੀਆਂ ਤੋਂ ਸੂਕਦੀਆਂ ਆਉਂਦੀਆਂ ਹਵਾਵਾਂ ਦਾ ਇਸ ਦੀ ਮਿੱਟੀ ਦੇ ਕਣਾਂ ਵਿੱਚ ਮਿਲਣ ਦੀ ਕਾਹਲ, ਪੱਛਮ ਵਿੱਚ ਕਾਬਲ ਤੋਂ ਸਿੱਖ ਸੰਗਤਾਂ ਦੇ, ਸਰਗੌਦੇ ਤੋਂ ਸਾਧੂ ਸੰਤਾਂ ਅਤੇ ਲਾਹੌਰ ਜੁੜੇ ਦਾਨਿਆਂ ਸਭਨਾਂ ਦਾ ਸੰਗ ਮਾਣਦੀਆਂ ਈਚੋ ਗਿੱਲ ਦੀਆਂ ਪੱਗ ਡੰਡੀਆਂ ਇਹਨਾਂ ਨੂੰ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਦੇ ਰਾਹਾਂ ਨਾਲ ਜੋੜਦੀਆਂ ਰੂਹਾਨੀ ਅਪਣੱਤ ਦੀਆਂ ਸਾਂਝਾਂ ਮਾਣਦੀਆਂ। ਉਂਝ ਭਾਵੇਂ ਬਹੁਤਿਆਂ ਨੇ ਵਿਸ਼ਰਾਮ ਲਈ ਪਹਿਲ ਨਾਲ ਲੱਗਦੇ ਪਿੰਡ ਰਣੀਆਂ ਨੂੰ ਹੀ ਦੇਣੀ, ਪਰ ਇਸ ਬਹਾਨੇ ਇਹਨਾਂ ਦੀ ਚਰਨਾਂ ਦੀ ਧੂੜ ਈਚੋ ਗਿੱਲ ਦੀ ਧਰਤ 'ਤੇ ਲੱਗਦੀ ਇਹ ਫਿਰ ਤੋਂ ਮਹਿਕ ਉੱਠਦੀ, ਜਿਵੇਂ ਇਸ ਦਾ ਸੁਹਾਗ ਨੇਮ ਫਲੀਭੂਤ ਹੀ ਇੰਝ ਹੁੰਦਾ ਹੋਵੇ। ਕੁਦਰਤ ਦੀ ਸਾਜੀ ਹਰ ਸ਼ੈ ਲਈ ਕੰਧ ਪਿਆਰਾ ਤਾਂ ਉਹ ਕਾਦਰ ਆਪ ਹੀ ਹੈ। ਉਹ ਇਸ ਦੇ ਪਿਆਰੇ ਦੀ ਸੇਵਾ ਨੂੰ ਵੀ ਆਪਣੇ ਕੰਧ ਪਿਆਰੇ ਦੀ ਸੇਵਾ ਸਮਝ ਆਪਣੇ ਸੁਹਾਗ ਨੇਮ ਨੂੰ ਮਾਣਦੀ ਹੈ। ਈਚੋ ਗਿੱਲ ਦਾ ਇਹ ਬਿਰਦ ਸਹਿਜ ਨੇਮ ਵਿੱਚ ਪਲਟਿਆ, ਨਿਵਾਣ ਵਿੱਚ ਰਹਿੰਦਿਆਂ ਵੀ ਉਚਾਣ ਤੋਂ ਕਾਦਰ ਕੰਧ ਪਿਆਰੀ ਦੀ ਸੇਵਾ ਕਰਾਉਣ ਦੀ ਜਾਚਨਾ ਸਿੱਖੀ ਬੈਠਾ। ਕਹਿਣ ਤੋਂ ਭਾਵ ਉਂਝ ਜ਼ਿਆਦਾ ਚਹਿਲ ਪਹਿਲ ਰਣੀਆਂ ਪਿੰਡ ਰਹਿੰਦੀ ਅਤੇ ਟਾਵਾਂ ਟਾਵਾਂ ਹੀ ਕੋਈ ਈਚੋ ਗਿੱਲ ਟਿਕਾਣਾ ਕਰਦਾ, ਪਰ ਇੱਥੋਂ ਦੇ ਲੋਕ ਆਪ ਰਣੀਆਂ ਪਿੰਡ ਜਾਂਦੇ, ਸੰਗਤੀ ਲਾਹਾ ਲੈਂਦੇ, ਮਾਨੋ ਜਿਵੇਂ ਪਿੰਡ ਰਣੀਆਂ ਨੂੰ ਸਹਿਜ ਧਰਮ ਵਿੱਚ ਰਹਿਣ ਦੀ ਜਾਚ ਦੱਸ ਰਹੇ ਹੋਣ। ਈਚੋ ਗਿੱਲ ਦੇ ਵਸਨੀਕ ਹਰ ਮੱਸਿਆ 'ਤੇ ਹੁੰਮ ਹੁਮਾ ਕੇ ਸ੍ਰੀ ਤਰਨ ਤਾਰਨ ਸਾਹਿਬ ਦੇ ਦਰਸ਼ਨ ਕਰਨ ਲਈ 1-2 ਦਿਨ ਪਹਿਲਾਂ ਹੀ ਈਚੋ ਗਿੱਲ ਤੋਂ ਪੈਦਲ ਤੁਰ ਪੈਂਦੇ ਸਨ। ਬਾਬਾ ਜੀ ਆਪ ਵੀ ਦੱਸਦੇ ਸਨ ਕਿ ਉਹ ਹਰ ਮਹੀਨੇ ਦੀ ਮੱਸਿਆ 'ਤੇ ਪਿੰਡ ਈਚੋ ਗਿੱਲ ਤੋਂ ਸ੍ਰੀ ਤਰਨ ਤਾਰਨ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦੇ ਸਨ।
ਬਾਬਾ ਜੀ ਦੱਸਦੇ ਸਨ ਕਿ ਪਿੰਡ ਵਾਸੀਆਂ ਦੇ ਨਾਲ ਸ੍ਰੀ ਤਰਨਤਾਰਨ ਸਾਹਿਬ ਦੇ ਦਰਸ਼ਨ ਕਰਨ ਲਈ ਉਹਨਾਂ 1-2 ਦਿਨ ਪਹਿਲਾਂ ਹੀ ਪੈਦਲ ਤੁਰਨਾ ਸ਼ੁਰੂ ਕਰ ਦੇਣਾ। ਸਾਰੇ ਹੀ ਰਾਹ ਗੁਰਬਾਣੀ ਪੜ੍ਹਦੇ ਜਾਣਾ ਅਤੇ ਸ੍ਰੀ ਤਰਨਤਾਰਨ ਸਾਹਿਬ ਪੁੱਜ ਕੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨਾ ਅਤੇ ਚੱਲ ਰਹੇ ਦੀਵਾਨਾਂ ਵਿੱਚ ਗੁਰਬਾਣੀ ਪਾਠ ਕਥਾ ਕੀਰਤਨ ਦਾ ਲਾਹਾ ਲੈਣਾ। ਬਾਬਾ ਠਾਕੁਰ ਸਿੰਘ ਜੀ ਦੇ ਜਨਮ ਲੈਣ ਤੋਂ ਪਹਿਲਾਂ ਸ਼ਾਇਦ ਇੱਥੋਂ ਦੇ ਵਾਸੀਆਂ ਦੇ ਸਹਿਜ ਧਰਮ ਅਤੇ ਨਿਰਛਲਤਾ ਨੂੰ ਦੇਖ ਕੋਈ ਰੱਬੀ ਪਿਆਰਾ ਆਪ ਰੱਬ ਨੂੰ ਇਸ ਧਰਤ 'ਤੇ ਆਉਣ ਲਈ ਅਰਦਾਸ ਕਰ ਗਿਆ ਹੋਵੇ, ਜਾਂ ਉਹ ਕਿਸੇ ਰੱਬੀ ਪਿਆਰੇ ਨੂੰ ਇੱਥੇ ਹੀ ਜਨਮ ਲੈਣ ਲਈ ਬਿਨਵਤਾ ਕਰ ਗਿਆ ਹੋਵੇ। ਇੰਝ ਵੀ ਹੋ ਸਕਦਾ ਹੈ ਕਿ ਇਸ ਪਾਵਨ ਧਰਤ ਨੇ ਆਪ ਹੀ ਭਾਗ ਲਾਉਣ ਲਈ ਕਾਦਰ ਪ੍ਰਭੂ ਅੱਗੇ ਜੋਦੜੀ ਕਰੀ ਹੋਵੇ, ਜਾਂ ਪਿਤਾ ਬਹਾਦਰ ਸਿੰਘ ਅਤੇ ਮਾਤਾ ਪ੍ਰੇਮ ਕੌਰ ਦਾ ਗੁਰੂ ਘਰ ਪ੍ਰਤੀ ਸਮਰਪਣ ਤੇ ਨਿਸ਼ਚਾ ਹੀ ਆਪ ਗੁਰ ਪਰਮੇਸ਼ਰ ਨੂੰ ਨਿਹਾਲ ਕਰ ਗਿਆ ਹੋਵੇ, ਜਿਸ ਕਾਰਨ ਉਹਨਾਂ ਦੇ ਘਰੇ ਬਾਬਾ ਠਾਕੁਰ ਸਿੰਘ ਜੀ ਦਾ ਜਨਮ ਹੋਇਆ। ਇਸ ਬਾਰੇ ਗੁਰ ਪਰਮੇਸ਼ਰ ਅਤੇ ਬਾਬਾ ਜੀ ਆਪ ਹੀ ਵੱਧ ਜਾਣਦੇ ਹਨ। ਪ੍ਰਸੰਗ ਨੰਬਰ 2, ਪਿਤਾ ਬਹਾਦਰ ਸਿੰਘ ਜੀ ਅਤੇ ਉਸ ਸਮੇਂ ਦੇ ਪੰਥਕ ਹਾਲਾਤ। ਬਾਬਾ ਠਾਕੁਰ ਸਿੰਘ ਜੀ ਦਾ ਜਨਮ ਸੰਨ 1912 ਈਸਵੀ ਨੂੰ ਇਸੇ ਪਿੰਡ ਈਚੋਗਿੱਲ ਵਿਖੇ ਹੋਇਆ। ਬਾਬਾ ਜੀ ਦੇ ਪਿਤਾ ਜੀ ਬਾਬਾ ਬਹਾਦਰ ਸਿੰਘ ਜੀ ਦੇ ਘਰੇ ਕੁੱਲ 6 ਗੁਰਮੁਖ ਰੂਹਾਂ ਨੇ ਜਨਮ ਲਿਆ। ਇਹਨਾਂ ਵਿੱਚੋਂ ਸਭ ਤੋਂ ਵੱਡੇ ਭਾਈ ਕਸ਼ਮੀਰ ਸਿੰਘ, ਫਿਰ ਭਾਈ ਰਤਨ ਸਿੰਘ ਅਤੇ ਤੀਜੇ ਬਾਬਾ ਠਾਕੁਰ ਸਿੰਘ ਜੀ ਆਪ ਸਨ। ਬਾਬਾ ਠਾਕੁਰ ਸਿੰਘ ਜੀ ਤੋਂ ਛੋਟੇ ਉਹਨਾਂ ਦੇ ਇੱਕ ਭਰਾ ਭਾਈ ਵੀਰ ਸਿੰਘ ਅਤੇ ਹੋਰ 2 ਭੈਣਾਂ ਬੀਬੀ ਸਵਰਨ ਕੌਰ ਅਤੇ ਬੀਬੀ ਰਾਮ ਕੌਰ ਸਨ। ਪਿਤਾ ਬਾਬਾ ਬਹਾਦਰ ਸਿੰਘ ਜੀ ਨਾਮ ਬਾਣੀ ਦੇ ਅਭਿਆਸੀ ਪੂਰਨ ਗੁਰਸਿੱਖੀ ਜੀਵਨ ਬਤੀਤ ਕਰਨ ਵਾਲੇ ਸਾਧੂ ਸੁਭਾਅ ਦੇ ਮਾਲਕ ਸਨ। ਇਸੇ ਤਰ੍ਹਾਂ ਬਾਬਾ ਜੀ ਦੀ ਮਾਤਾ ਪ੍ਰੇਮ ਕੌਰ ਜੀ ਵੀ ਰੋਜ਼ਾਨਾ ਨੇਮ ਨਾਲ ਬਾਣੀ ਪੜ੍ਹਨ ਸੁਣਨ ਅਤੇ ਸਿੱਖੀ ਸਿਧਾਂਤ 'ਤੇ ਪਹਿਰਾ ਦੇਣ ਵਾਲੀ ਗੁਰਮੁਖ ਰੂਹ ਸਨ। ਬਾਬਾ ਜੀ ਦੀ ਮਾਤਾ ਦਾ ਪਰਿਵਾਰ ਵੀ ਸਿੱਖੀ ਸਿਧਾਂਤ 'ਤੇ ਚੱਲਣ ਵਾਲਾ ਸੀ। ਮਾਤਾ ਪ੍ਰੇਮ ਕੌਰ ਜੀ ਦੇ ਦੋਨੋਂ ਭਰਾ ਸਰਦਾਰ ਉਜਾਗਰ ਸਿੰਘ ਅਤੇ ਸਰਦਾਰ ਲਾਭ ਸਿੰਘ ਪੂਰਨ ਗੁਰਸਿੱਖ ਸਨ। ਬਾਬਾ ਠਾਕੁਰ ਸਿੰਘ ਜੀ ਦੇ ਜਨਮ ਤੋਂ ਤਕਰੀਬਨ 10 ਸਾਲ ਪਹਿਲਾਂ ਭਾਵ 1902 ਈਸਵੀ ਨੂੰ ਵਿਦਿਆ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਜਨਮ ਹੁੰਦਾ ਹੈ। ਬਾਬਾ ਠਾਕੁਰ ਸਿੰਘ ਜੀ ਦਾ ਜਨਮ ਸਾਲ ਪ੍ਰਚਲਿਤ ਰੂਪ ਵਿੱਚ ਉਂਝ 1915 ਈਸਵੀ ਨੂੰ ਹੀ ਮੰਨਿਆ ਜਾਂਦਾ ਹੈ, ਪਰ ਬਾਬਾ ਠਾਕੁਰ ਸਿੰਘ ਜੀ ਨੇ ਆਪ ਭਾਈ ਮਨਜੀਤ ਸਿੰਘ ਜੀ ਸਰਮਸਤਪੁਰ ਅਤੇ ਜਥੇ ਦੇ ਹੋਰ ਨਿਕਟਵਰਤੀ ਸਿੰਘਾਂ ਨੂੰ ਦੱਸਿਆ ਸੀ ਕਿ ਉਹਨਾਂ ਦਾ ਜਨਮ 1912 ਈਸਵੀ ਵਿੱਚ ਹੋਇਆ ਸੀ, ਪਰ ਸਰਕਾਰੀ ਕਾਗਜ਼ਾਂ ਵਿੱਚ 1915 ਈਸਵੀ ਦਰਜ ਹੋਣ ਕਾਰਨ ਇਹੀ ਸਾਲ ਪ੍ਰਚਲਿਤ ਹੋ ਗਿਆ ਹੈ। ਬਾਬਾ ਜੀ ਦੇ ਜਨਮ ਸਮੇਂ ਗੁਰਦੁਆਰਾ ਸੁਧਾਰ ਲਹਿਰ ਜ਼ੋਰ ਪਕੜ ਚੁੱਕੀ ਹੁੰਦੀ ਹੈ। ਗੁਰਧਾਮਾਂ ਨੂੰ ਭ੍ਰਿਸ਼ਟ ਮਹੰਤਾਂ ਅਤੇ ਅੰਗਰੇਜ਼ੀ ਸਰਕਾਰ ਤੋਂ ਮੁਕਤ ਕਰਨ ਲਈ ਸ਼ੁਰੂ ਕੀਤੀ ਇਸ ਲਹਿਰ ਦਾ ਭਾਗ ਵਿਦਿਆ ਮਾਰਤੰਡ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਵੀ ਹੁੰਦੇ ਹਨ। ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਆਪ ਵੀ ਜਥੇ ਸਮੇਤ ਪੰਥਕ ਧਿਰਾਂ ਦਾ ਸਾਥ ਦਿੰਦੇ ਅਨੇਕਾਂ ਥਾਵਾਂ 'ਤੇ ਯਾਤਰਾ ਕਰਦੇ। ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਯੋਗਦਾਨ ਨੂੰ ਸਮਝੇ ਬਿਨਾਂ ਉਸ ਸਮੇਂ ਦਮਦਮੀ ਟਕਸਾਲ ਦੇ ਪੰਥ ਵਿੱਚ ਬਣਦੇ ਸਹਿਯੋਗ ਸਥਾਨ ਨੂੰ ਲੱਭਣਾ ਕਠਿਨ ਹੋ ਜਾਂਦਾ ਹੈ। ਇਸ ਦੇ ਨਾਲ ਹੀ ਬਾਬਾ ਠਾਕੁਰ ਸਿੰਘ ਜੀ ਦੇ ਜਨਮ ਸਮੇਂ ਦੇ ਪੰਥਕ ਹਾਲਾਤਾਂ ਨੂੰ ਸਮਝਣ ਲਈ ਇਸ ਨੂੰ ਪਿਛਲੇਰੇ ਇਤਿਹਾਸਕ ਘਟਨਾਕ੍ਰਮ ਨੂੰ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਦਾ ਇੱਥੇ ਜ਼ਿਕਰ ਇਸ ਲਈ ਕਰਨਾ ਵੀ ਬਣਦਾ ਹੈ ਕਿ ਅੱਗੇ ਜਾ ਕੇ ਬਾਬਾ ਠਾਕੁਰ ਸਿੰਘ ਜੀ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ ਤੋਂ ਵਰਸਾਏ ਸੰਤ ਗਿਆਨੀ ਗੁਰਬਚਨ ਸਿੰਘ ਜੀ ਨਾਲ ਉਹਨਾਂ ਦੇ ਪਰਮ ਸੇਵਕ ਵਜੋਂ ਜੁੜ ਜਾਣਾ ਹੈ। ਉਹਨਾਂ ਫਿਰ ਆਪਣੀ ਸਾਰੀ ਆਜੂ ਦਮਦਮੀ ਟਕਸਾਲ ਹੀ ਬਤੀਤ ਕਰਨੀ ਅਤੇ ਉਹਨਾਂ ਦੇ ਬਾਅਦ ਵਾਲੇ ਮਹਾਂਪੁਰਖਾਂ ਦੀ ਹਰ ਕਦਮ ਨਿਮਾਣਾ ਸੇਵਕ ਬਣ ਸੇਵਾ ਕਰਨੀ ਹੈ। ਸੋ ਇਸ ਲਈ ਉਹ ਸਮੇਂ ਨੂੰ ਅਤੇ ਉਸ ਸਮੇਂ ਦਮਦਮੀ ਟਕਸਾਲ ਦੇ ਪੰਥਕ ਯੋਗਦਾਨ ਨੂੰ ਪਹਿਲਾਂ ਸਮਝਣਾ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਉਸ ਸਮੇਂ ਦੇ ਪੰਥਕ ਹਾਲਾਤਾਂ ਨੂੰ ਸੁਧਾਰਨ ਦਾ ਸੇਵਾ ਭਾਵ ਬਾਬਾ ਠਾਕੁਰ ਸਿੰਘ ਜੀ ਦੇ ਘਰ ਪਿਤਾ ਸਰਦਾਰ ਬਹਾਦਰ ਸਿੰਘ ਜੀ ਦੇ ਰੂਪ ਵਿੱਚ ਪਹਿਲੋਂ ਹੀ ਮੌਜੂਦ ਹੈ। ਬਾਬਾ ਬਹਾਦਰ ਸਿੰਘ ਜੀ ਪੰਥਕ ਪ੍ਰੋਗਰਾਮਾਂ ਦਾ ਹਿੱਸਾ ਸ਼ੁਰੂ ਅਤੇ ਦੌਰਾਂ ਵਿੱਚ ਹੀ ਬਣਨ ਲੱਗਦੇ ਹਨ। ਉਹਨਾਂ ਗੁਰਦੁਆਰਾ ਸੁਧਾਰ ਲਹਿਰ ਵਿੱਚ ਅਨੇਕਾਂ ਪ੍ਰਦਰਸ਼ਨ ਕੀਤੇ, ਸਜ਼ਾਵਾਂ ਭੋਗੀਆਂ ਅਤੇ ਲੰਮੀਆਂ ਜੇਲ੍ਹਾਂ ਵੀ ਕੱਟਣੀਆਂ ਪਈਆਂ। ਬਾਬਾ ਬਹਾਦਰ ਸਿੰਘ ਜੀ ਦਾ ਪੰਥਕ ਪ੍ਰੇਮ ਕਿਸੇ ਤੋਂ ਲੁਕਵਾਂ ਨਹੀਂ ਸੀ। ਉਹ ਆਪ ਬਹੁਤ ਹੀ ਸਿਦਕੀ ਅਤੇ ਨਾਮ ਬਾਣੀ ਦੇ ਰਸੀਏ ਗੁਰਸਿੱਖ ਸਨ। ਉਹ ਆਪ ਨਿਤਨੇਮ ਵਿੱਚ ਪਰਪੱਕ ਸਨ, ਜਿਸ ਕਾਰਨ ਉਹਨਾਂ ਦੇ ਘਰ ਵਿੱਚ ਨਾਮ ਬਾਣੀ ਦਾ ਆਭਾ ਮੰਡਲ ਹੋਣਾ ਕੁਦਰਤੀ ਗੱਲ ਸੀ। ਪਿਤਾ ਬਹਾਦਰ ਸਿੰਘ ਜੀ ਦੇ ਪੰਥਕ ਸਰੋਕਾਰਾਂ ਅਤੇ ਨਾਮ ਬਾਣੀ ਦੇ ਜਾਪ ਕਰਨ ਵਾਲੇ ਗੁਰਸਿੱਖ ਨੂੰ ਦੇਖ ਕੇ ਆਸਾਨੀ ਨਾਲ ਸਮਝ ਆ ਸਕਦਾ ਹੈ ਉਹਨਾਂ ਬਾਬਾ ਠਾਕੁਰ ਸਿੰਘ ਜੀ ਨੂੰ ਬਚਪਨ ਤੋਂ ਹੀ ਸਿੱਖ ਸੰਸਕਾਰਾਂ ਨਾਲ ਜੋੜ ਕੇ ਰੱਖਿਆ। ਜਿਸ ਘਰ ਵਿੱਚ ਪਿਤਾ ਆਪ ਪੰਥ ਦਰਦੀ ਹੋਣ ਕਾਰਨ ਜੇਲ੍ਹਾਂ ਕੱਟਣ ਅਤੇ ਸਜ਼ਾਵਾਂ ਭੋਗਣ,
ਉਸ ਨੂੰ ਸਹਿਜ ਹੀ ਸਮਝ ਆ ਸਕਦਾ ਹੈ। ਅਜਿਹੇ ਘਰ ਵਿੱਚ ਦੁਨੀਆਦਾਰੀ ਤੇ ਆਮ ਲੋਕਾਚਾਰੀ ਦੀ ਗੱਲਬਾਤ ਨਾ ਦੇ ਬਰਾਬਰ ਹੀ ਹੁੰਦੀ ਹੋਵੇਗੀ, ਸਗੋਂ ਪੰਥਕ ਪ੍ਰੇਮ, ਗੁਰੂ ਘਰ ਪ੍ਰਤੀ ਸਮਰਪਣ ਅਤੇ ਗੁਰ ਇਤਿਹਾਸ ਦੀ ਗੱਲ ਹੀ ਹੁੰਦੀ ਹੋਵੇਗੀ। ਪਿਤਾ ਬਾਬਾ ਬਹਾਦਰ ਸਿੰਘ ਜੀ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਜ਼ਿੰਦਗੀ ਵਿੱਚ ਕਦੇ ਵੀ ਝੂਠ ਨਹੀਂ ਸੀ ਬੋਲਿਆ। ਉਂਝ ਵੀ 19ਵੀਂ ਅਤੇ 20ਵੀਂ ਸਦੀ ਦੇ ਸਿੱਖਾਂ ਵਿੱਚ ਗੁਰੂ ਪ੍ਰਤੀ ਲਗਾਵ ਸਰਵਪ੍ਰਥਮ ਹੁੰਦਾ ਸੀ। ਉਹਨਾਂ ਦਾ ਸਿਦਕ ਗੁਰੂ ਘਰ ਪ੍ਰਤੀ ਪ੍ਰਗਟਾਈ ਗਈ ਸ਼ਰਧਾ ਕਰਕੇ ਅਡੋਲ ਹੁੰਦਾ ਸੀ। ਇਹਨਾਂ 2 ਸਦੀਆਂ ਦੇ ਗੁਰਸਿੱਖਾਂ ਨੇ ਹੀ ਸਹੀ ਢੰਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਜਾਣ ਤੋਂ ਬਾਅਦ ਸਿੱਖ ਧਰਮ ਦੇ ਧਾਰਮਿਕ ਨਿਘਾਰ ਨੂੰ ਆਪਣੇ ਸਾਹਮਣੇ ਘਟਦਿਆਂ ਵੇਖਿਆ ਹੈ। ਕਿਵੇਂ ਸਿੱਖ ਧਰਮ ਦੀ ਹੋਣੀ ਸਿਰਫ ਰਾਜ ਕਰਨ ਤੱਕ ਸੀਮਿਤ ਹੋ ਕੇ ਰਾਜਨੀਤੀ ਨੂੰ ਸਮੂਹਿਕ ਤੌਰ 'ਤੇ ਕੌਮ ਤੇ ਦੁਨੀਆ ਵਿੱਚ ਬਣੇ ਰਹਿਣ ਦਾ ਇੱਕਮਾਤਰ ਸਾਧਨ ਮੰਨ ਲਿਆ ਜਾਂਦਾ ਹੈ। ਇਸ ਸਮੇਂ ਦੌਰਾਨ ਸਮੁੱਚੀ ਕੌਮ ਲਈ ਇੱਕ ਵਿਆਪਕ ਧਰਮ ਨੀਤੀ ਬਣਾਉਣ ਦਾ ਉਪਰਾਲਾ ਸਰਬੱਤ ਖਾਲਸਾ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੌਰਾਨ ਹੀ ਹੁੰਦਾ ਹੈ। ਪਰ ਸਵੈ ਹਿਤਕਾਰਤਾ ਵਿੱਚੋਂ ਜਨਮੇ ਰਾਜਨੀਤਿਕ ਸਰੋਕਾਰਾਂ ਦੀ ਭੇਂਟ ਇਹ ਸਰਬੱਤ ਖਾਲਸਾ ਚੜ੍ਹ ਜਾਂਦਾ ਹੈ ਅਤੇ ਅੱਗੋਂ ਕਈ ਸਦੀਆਂ ਲਈ ਇਹ ਪ੍ਰਥਾ ਹੀ ਅਲੋਪ ਹੋ ਜਾਂਦੀ ਹੈ। ਇਸ ਤੋਂ ਬਾਅਦ ਸਿੱਧਾ ਬਾਬਾ ਠਾਕਰ ਸਿੰਘ ਜੀ ਦੁਆਰਾ ਹੀ ਇਸ ਪ੍ਰਥਾ ਨੂੰ ਮੁੜ ਸ਼ੁਰੂ ਕੀਤਾ ਜਾਂਦਾ ਹੈ। ਗੱਲ ਚੱਲ ਰਹੀ ਸੀ 19ਵੀਂ ਅਤੇ 20ਵੀਂ ਸਦੀ ਦੇ ਸਿੱਖਾਂ ਦੀ। ਸੋ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਇਸ ਸਮੇਂ ਤੱਕ ਵਿਪਰਵਾਦੀ ਤਾਕਤਾਂ ਅਤੇ ਈਸਾਈ ਮਸ਼ੀਨਰੀਆਂ ਦਾ ਜ਼ੋਰ ਸਿੱਖ ਹਲਕਿਆਂ ਵਿੱਚ ਫੈਲਣ ਲੱਗ ਜਾਂਦਾ ਹੈ। ਗਿਆਨੀ ਗਿਆਨ ਸਿੰਘ ਅਤੇ ਰਤਨ ਸਿੰਘ ਭੰਗੂ ਵਰਗੇ ਇਤਿਹਾਸਕਾਰ ਇਹਨਾਂ ਸਮਿਆਂ ਦੇ ਹਾਣੀ ਹਨ। ਇਹਨਾਂ ਜਿੱਥੇ ਸਿੱਖਾਂ ਦੇ ਮਾਣ ਅਤੇ ਵਿਰਸੇ ਦਾ ਨਿਘਾਰ ਵੇਖਿਆ, ਨਾਲ ਹੀ ਉਹਨਾਂ ਪਹਿਲੇ ਸਿੱਖ ਮਹਾਰਾਜੇ ਦੀ ਸਲਤਨਤ ਦੇ ਖਾਤਮੇ ਦਾ ਅਸਰ ਸਿੱਖ ਜਗਤ ਦੀ ਮਾਨਸਿਕਤਾ 'ਤੇ ਪੈਂਦਿਆਂ ਦੇਖਿਆ। ਉਹਨਾਂ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆਏ ਸਿੱਖ ਰਾਜ ਅਤੇ ਫਿਰ ਸਿੱਖ ਮਾਨਸਿਕਤਾ ਨੂੰ ਬਿਆਨਣ ਲਈ ਥੋੜ੍ਹਾ ਕੁ ਹੀ ਯਤਨ ਕੀਤਾ। ਉਹਨਾਂ ਦੀਆਂ ਸਾਹਿਤਕੀ ਪਰਵਜਾਂ ਦੇ ਖੰਭ ਜਲਦੀ ਹੀ ਟੁੱਟ ਜਾਂਦੇ ਹਨ, ਪਰ ਉਹਨਾਂ ਵੱਲੋਂ ਲਈਆਂ ਉੱਚੀਆਂ ਉਡਾਰਾਂ ਅਗਲੇਰੀਆਂ ਪੀੜ੍ਹੀਆਂ ਲਈ ਮਿਸਾਲਾਂ ਬਣ ਜਾਂਦੀਆਂ ਹਨ। ਇਹ ਮਿਸਾਲਾਂ ਸਿੱਖ ਇਤਿਹਾਸ ਨੂੰ ਸਾਂਭਣ ਅਤੇ ਨਵੀਂ ਪੀੜ੍ਹੀ ਨੂੰ ਉਹਨਾਂ ਦੇ ਮਾਨਵ ਅਤੇ ਇਤਿਹਾਸ ਨਾਲ ਜੋੜੇ ਰੱਖਣ ਦੀਆਂ ਸਨ। ਇਸ ਸਮੇਂ ਦੌਰਾਨ ਜੇਕਰ ਦਮਦਮੀ ਟਕਸਾਲ ਦਾ ਸਿੱਖ ਇਤਿਹਾਸ ਨੂੰ ਸਾਂਭਣ ਦਾ ਪ੍ਰਯਤਨ ਦੇਖਣਾ ਹੋਵੇ ਤਾਂ ਕੁਝ ਸਮੇਂ ਹੋਰ ਪਿੱਛੇ ਜਾਣਾ ਪੈਂਦਾ ਹੈ। ਆਪ ਸਭ ਨੂੰ ਬਾਬਾ ਸੰਤ ਸਿੰਘ ਜੀ ਨੂੰ ਯਾਦ ਕਰਨਾ ਪਵੇਗਾ, ਜਿਨ੍ਹਾਂ ਦਾ ਅਦਬ ਮਹਾਰਾਜਾ ਰਣਜੀਤ ਸਿੰਘ ਜੀ ਆਪ ਵੀ ਕਰਦੇ ਸਨ। ਅਕਾਲੀ ਫੂਲਾ ਸਿੰਘ, ਸਰਦਾਰ ਹਰੀ ਸਿੰਘ ਨਲਵਾ, ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਅਤੇ ਬਾਬਾ ਸੰਤ ਸਿੰਘ ਜੀ ਅਜਿਹੇ ਗੁਰਸਿੱਖ ਸਨ ਜਿਨ੍ਹਾਂ ਦੇ ਬਚਨ ਮਹਾਰਾਜਾ ਰਣਜੀਤ ਸਿੰਘ ਜੀ ਨਹੀਂ ਸੀ ਮੋੜਦੇ ਅਤੇ ਅੱਖਾਂ ਬੰਦ ਕਰਕੇ ਯਕੀਨ ਕਰਦੇ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਵਿੱਚ ਹੀ ਬਾਬਾ ਸੰਤ ਸਿੰਘ ਜੀ ਵਿਦਿਆਰਥੀਆਂ ਨੂੰ ਬ੍ਰਹਮ ਵਿਦਿਆ ਦਿੰਦੇ ਹੁੰਦੇ ਸਨ। ਬਾਬਾ ਸੰਤ ਸਿੰਘ ਜੀ ਤੋਂ ਪ੍ਰੇਰਨਾ ਲੈ ਕੇ ਉਹਨਾਂ ਦੇ ਇੱਕ ਵਿਦਿਆਰਥੀ ਮਹਾਕਵੀ ਸੰਤੋਖ ਸਿੰਘ ਜੀ ਦੁਨੀਆ ਦਾ ਸਭ ਤੋਂ ਵੱਡਾ ਮਹਾਨ ਕਾਵਿ ਗ੍ਰੰਥ ਰਚਦੇ ਹਨ, ਜਿਸ ਨੂੰ ਅਸੀਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਨਾਮ ਨਾਲ ਜਾਣਦੇ ਹਾਂ। ਸੋ ਬਤੌਰ ਦਮਦਮੀ ਟਕਸਾਲ ਦੇ ਵਿਦਿਆਰਥੀ ਅਤੇ ਪੰਥਕ ਸੰਪਰਦਾਵਾਂ ਵਿੱਚ ਸਨਮਾਨਯੋਗ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਜੀਂਦ ਦੀ ਰਿਆਸਤ ਵਿੱਚ ਬੈਠੇ ਸਿੱਖ ਇਤਿਹਾਸ ਦੇ ਖਰੜਿਆਂ ਨੂੰ ਇਕੱਠਾ ਕਰਦਿਆਂ, ਦਾਨਿਆਂ ਤੋਂ ਸੁਣਦਿਆਂ ਅਤੇ ਆਪ ਲੰਮੇਰੀਆਂ ਯਾਤਰਾਵਾਂ ਕਰਕੇ ਸਮੁੱਚੇ ਸਿੱਖ ਇਤਿਹਾਸ ਦੀ ਹੋਣੀ ਨੂੰ ਸਾਂਭਣ ਦਾ ਯਤਨ ਕਰਦੇ ਹਨ। ਉਹਨਾਂ ਦੇ ਕੀਤੇ ਯਤਨ ਕਰਕੇ ਅੱਜ ਤੱਕ ਸਿੱਖ ਇਤਿਹਾਸ ਸਾਡੇ ਕੋਲ ਲਿਖਤੀ ਰੂਪ ਵਿੱਚ ਸਾਂਭਿਆ ਪਿਆ ਹੈ, ਜਿਸ ਦੀ ਕਥਾ ਸੁਣਦਿਆਂ ਅਸੀਂ ਫਿਰ ਤੋਂ ਕਲਪਨਾ ਦੇ ਪੱਧਰ 'ਤੇ ਗੁਰੂ ਸਾਹਿਬਾਨਾਂ ਦੇ ਰੂਹਾਨੀ ਜੀਵਨ ਪ੍ਰਸੰਗਾਂ ਨੂੰ ਹੂ-ਬਹੂ ਵਾਪਰਿਆ ਦੇਖ ਸਕਦੇ ਹਾਂ। ਇਸੇ ਕਰਕੇ ਈਸਾਈ ਮਸ਼ੀਨਰੀਆਂ ਅਤੇ ਹੋਰ ਅਣਮਤੀ ਤਾਕਤਾਂ ਸਿੱਖ ਬੱਚਿਆਂ ਨੂੰ ਵਰਗਲਾ ਕੇ ਸਾਡੇ ਸੁਨਹਿਰੀ ਇਤਿਹਾਸ ਤੋਂ ਨਾ ਤੋੜ ਸਕੀਆਂ। ਇਸ ਸਮੇਂ ਦੀ ਇੱਕ ਹੋਰ ਦਾਤ ਇਹ ਦਿੱਤੀ ਜਾ ਸਕਦੀ ਹੈ ਕਿ ਇਸ ਸਮੇਂ ਸਿੱਖਾਂ ਅੰਦਰ ਗੁਰੂ ਪ੍ਰਤੀ ਸ਼ਰਧਾ ਇਤਨੀ ਜ਼ਿਆਦਾ ਸੀ ਕਿ ਸ਼ਰਾਰਤੀ ਧਿਰਾਂ ਦੀ ਚਾਲਾਂ ਬਹੁਤੀ ਦੇਰ ਨਾ ਚੱਲ ਸਕੀਆਂ। ਅੰਗਰੇਜ਼ੀ ਸਰਕਾਰ ਅਤੇ ਵਿਪਰਵਾਦੀ ਤਾਕਤਾਂ ਨੇ ਆਪਣਾ ਪੈਂਤੜਾ ਬਦਲਿਆ ਅਤੇ ਇਸ ਸ਼ਰਧਾ ਨੂੰ ਹੀ ਚੋਟ ਮਾਰਨ ਲਈ ਵਾੜ ਨੂੰ ਬਾਹਰ ਦੀ ਬਜਾਏ ਅੰਦਰੋਂ ਹੀ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਉੱਭਰਦੇ ਸਿੱਖ ਧਾਰਮਿਕ ਅਤੇ ਰਾਜਸੀ ਆਗੂਆਂ ਨੂੰ ਆਪਣੀ ਅਜਿਹੀ ਚਪੇਟ ਵਿੱਚ ਲਿਆ, ਜਿਸ ਦਾ ਖਮਿਆਜਾ ਸਿੱਖਾਂ ਨੂੰ ਵਰਤਮਾਨ ਤੱਕ ਭੋਗਣਾ ਪਿਆ। ਇਹਨਾਂ ਵਿੱਚ ਧਰਮ ਸੁਧਾਰ ਲਹਿਰ ਦੇ ਨਾਂ 'ਤੇ ਬਾਬਾ ਦਿਆਲ ਸਿੰਘ ਤੋਂ ਨਿਰੰਕਾਰੀ ਲਹਿਰ, ਬਾਬਾ ਰਾਮ ਸਿੰਘ ਤੋਂ ਨਾਮਧਾਰੀ ਲਹਿਰ ਆਦਿ ਦਾ ਨਾਮ ਲਿਆ ਜਾ ਸਕਦਾ ਹੈ। ਇਹਨਾਂ ਆਪਣੇ ਸ਼ੁਰੂਆਤੀ ਕਾਰਜ ਬਹੁਤ ਹੀ ਸ਼ਲਾਘਾਪੂਰਨ ਕੀਤੇ, ਜਿਸ ਕਾਰਨ ਪੰਜਾਬ ਦੇ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਦੇ ਪੈਰੋਕਾਰ ਬਣ ਗਏ। ਇਸ ਤੋਂ ਬਾਅਦ ਗੁਰੂਡਮ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਨੇ 20ਵੀਂ ਸਦੀ ਦੀ ਸ਼ੁਰੂਆਤ ਤੱਕ ਸਿੱਖਾਂ ਨੂੰ ਅਨੇਕਾਂ ਹੀ ਧੜਿਆਂ ਵਿੱਚ ਵੰਡ ਦਿੱਤਾ ਸੀ।
ਇਹ ਅਜਿਹਾ ਵੇਲਾ ਸੀ ਜਿਹੋ ਜਿਹਾ ਬਾਬਾ ਬਕਾਲੇ ਦੀ ਧਰਤੀ ਤੇ ਮੱਖਣ ਸਾਹ ਲੁਬਾਣੇ ਅਤੇ ਸਿੱਖ ਸੰਗਤਾਂ ਸਾਹਮਣੇ ਆਉਂਦਾ ਹੈ। ਧੜੇਬੰਦੀਆਂ ਦੀ ਗ੍ਰਿਫਤ ਵਿੱਚ ਆਏ ਸਰਦਾਵਾਨ ਸਿੱਖ ਸੰਗਤਾਂ ਜਾਂ ਤਾਂ ਉਸ ਸਮੇਂ ਦੇ ਮਸੰਦਾਂ ਭਾਵ ਭ੍ਰਿਸ਼ਟ ਹੋਏ ਮਹੰਤਾਂ ਤੱਕ ਸੀਮਿਤ ਸਨ, ਜੋ ਬਹੁਤਾਤ ਵਿੱਚ ਇਤਿਹਾਸਕ ਗੁਰਧਾਮਾਂ ਦੀ ਸੇਵਾ ਸੰਭਾਲ ਕਰਦੇ ਆਏ ਸਨ, ਜਾਂ ਫਿਰ ਉਹ ਗੁਰੂ ਡੰਮ ਦੇ ਬਹਿਕਾਵੇ ਵਿੱਚ ਖੁਆਰ ਹੋ ਰਹੀਆਂ ਸਨ। ਸੋ ਅਜਿਹੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਆਸਾ ਰੱਖਣ ਵਾਲੇ ਗੁਰਸਿੱਖਾਂ ਦੁਆਰਾ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਗਈ। ਇਸ ਲਹਿਰ ਦਾ ਮੰਤਵ ਸਿੱਖ ਗੁਰਧਾਮਾਂ ਦਾ ਪ੍ਰਬੰਧ ਹਾਕਮ ਧਿਰਾਂ ਦੇ ਸਥਾਪਿਤ ਮਹੰਤਾਂ ਦੀ ਬਜਾਏ ਪੂਰਨ ਗੁਰਸਿੱਖਾਂ ਦੇ ਹੱਥ ਦੇਣ ਅਤੇ ਗੁਰੂ ਡੰਮ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਮੰਨ ਪੰਜ ਕਕਾਰੀ ਹੋਣ ਲਈ ਪ੍ਰੇਰਨਾ ਸੀ। ਇਸ ਲਹਿਰ ਨੂੰ ਸਿੰਘ ਸਭਾ ਲਹਿਰ ਵੀ ਕਿਹਾ ਜਾਂਦਾ ਹੈ, ਜਿਸ ਵਿੱਚੋਂ ਅੱਗੇ ਜਾ ਕੇ ਚੀਫ ਖਾਲਸਾ ਦੀਵਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਣਦਾ ਹੈ। ਬਹੁਤੀਆਂ ਸੰਪਰਦਾਵਾਂ ਜੋ ਇਸ ਲਹਿਰ ਕਾਰਨ ਆਪਣੇ ਰਾਜਨੀਤਿਕ ਸਰੋਕਾਰਾਂ ਨੂੰ ਹੱਥੋਂ ਲੰਘਦਿਆਂ ਵੇਖ ਵਿਰੋਧ ਕਰ ਰਹੀਆਂ ਸਨ, ਉੱਥੇ ਹੀ ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਇਸ ਲਹਿਰ ਦਾ ਸਾਥ ਦੇ ਕੇ ਸਪਸ਼ਟ ਕਰ ਦਿੰਦੇ ਹਨ ਕਿ ਉਹ ਪੰਥਕ ਸਰੋਕਾਰਾਂ ਤੋਂ ਉੱਪਰ ਕਿਸੇ ਵੀ ਤਰ੍ਹਾਂ ਦੇ ਹੋਰ ਸਰੋਕਾਰਾਂ ਨੂੰ ਤਵੱਜੋ ਨਹੀਂ ਦਿੰਦੇ ਹਨ। ਇਸ ਲਹਿਰ ਨਾਲ ਜੁੜਨ ਦਾ ਮਤਲਬ ਸਿਰਫ ਸਾਥ ਦੇਣ ਤੱਕ ਨਹੀਂ ਸੀ, ਸਗੋਂ ਇਹ ਸਿੱਧਾ ਅੰਗਰੇਜ਼ੀ ਸਰਕਾਰ ਦੇ ਅੱਖਾਂ ਵਿੱਚ ਰੜਕਣ ਵਾਲਾ ਕਾਰਜ ਸੀ। ਪਰ ਉਹਨਾਂ ਸਿੰਘ ਸਭਾ ਲਹਿਰ ਦਾ ਸਾਥ ਦਿੱਤਾ ਅਤੇ ਸੰਪਰਦਾ ਦੇ ਕਿਸੇ ਨਿੱਜੀ ਹਿੱਤ ਨੂੰ ਪੂਰਾ ਕਰਨ ਦੀ ਬਜਾਏ ਦਮਦੀ ਟਕਸਾਲ ਨੂੰ ਪੰਥ ਅੱਗੇ ਸਮਰਪਿਤ ਕਰ ਸਿੱਖ ਕੌਮ ਦੀ ਸਿਰਮੌਰ ਸੇਵਾਦਾਰ ਸੰਪਰਦਾ ਵਜੋਂ ਪੇਸ਼ ਕੀਤਾ। ਉਸ ਸਮੇਂ ਜਿੱਥੇ ਅੰਗਰੇਜ਼ ਸਰਕਾਰ ਸਿੱਖਾਂ ਨੂੰ ਈਸਾਈ ਬਣਾਉਣ ਦਾ ਯਤਨ, ਵਿਪਰਵਾਦੀ ਤਾਕਤਾਂ ਵਹਿਮਾਂ ਪਖੰਡਾਂ ਵਿੱਚ ਪਾ ਸਿੱਖੀ ਤੋਂ ਤੋੜਨ ਦਾ ਪ੍ਰਯਤਨ ਦਿਨ ਰਾਤ ਕਰ ਰਹੀਆਂ ਸਨ, ਉਸੇ ਸਮੇਂ ਸੰਤ ਜੀ ਬਿਨਾਂ ਕਿਸੇ ਆਰਥਿਕ ਜਾਂ ਰਾਜਸੀ ਮਦਦ ਤੋਂ ਕੇਵਲ ਗੁਰੂ ਸਾਹਿਬ 'ਤੇ ਆਸਾ ਰੱਖਦਿਆਂ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ। ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲਿਆਂ ਨੇ ਇਹਨਾਂ ਸਮਿਆਂ ਵਿੱਚ ਲਗਭਗ 10 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਉਹਨਾਂ ਸਮਿਆਂ ਵਿੱਚ ਇਹ ਬਹੁਤ ਹੀ ਵੱਡਾ ਅਤੇ ਅਮੁੱਲਾ ਯੋਗਦਾਨ ਸੀ। ਉਹਨਾਂ ਦੇ ਇਹਨਾਂ ਯੋਗਦਾਨਾਂ ਕਾਰਨ ਨਾ ਸਿਰਫ ਪੰਥ ਸਗੋਂ ਸਿੰਘ ਸਭਾ ਲਹਿਰ ਨੂੰ ਅੱਗੇ ਜਾ ਕੇ ਬਹੁਤ ਹੀ ਲਾਭ ਹੋਇਆ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਸਹਿਯੋਗ ਪ੍ਰਬੰਧ ਮੁੜ ਤੋਂ ਬਹਾਲ ਹੋ ਸਕੇ। ਬਾਬਾ ਠਾਕਰ ਸਿੰਘ ਜੀ ਦੇ ਪਿਤਾ ਜੀ ਵੀ ਇਹਨਾਂ ਪੰਥਕ ਸੰਘਰਸ਼ਾਂ ਦਾ ਅਭਿੰਨ ਅੰਗ ਬਣ ਦਿਨ ਰਾਤ ਆਪਣੇ ਸਵਾਸ ਪੰਥ ਲੇਖੇ ਲਾ ਰਹੇ ਸਨ। ਉਹਨਾਂ ਦਾ ਆਪਣਾ ਨਿੱਜੀ ਜੀਵਨ ਵੀ ਬਹੁਤ ਉੱਚਾ ਸੁੱਚਾ ਹੋਣ ਕਾਰਨ ਉਹਨਾਂ ਦੇ ਬੱਚਿਆਂ ਨੂੰ ਨਾਮ ਰਸ ਦੀ ਚੇਟਕ ਬਚਪਨ ਤੋਂ ਹੀ ਲੱਗ ਗਈ ਸੀ। ਬਾਬਾ ਠਾਕਰ ਸਿੰਘ ਜੀ ਦੀ ਭੈਣ ਬੀਬੀ ਰਾਮ ਕੌਰ ਜੀ ਦੱਸਦੇ ਸਨ ਕਿ ਉਹਨਾਂ ਦੇ ਪਿਤਾ ਜੀ ਸਾਨੂੰ ਸਭ ਨੂੰ ਬਾਣੀ ਪੜ੍ਹਨ ਲਈ ਪ੍ਰੇਰਦੇ ਸਨ। ਉਹ ਆਪ ਇਹਨਾਂ ਸਭ ਨੂੰ ਇੱਕ ਥਾਂ ਬਿਠਾ ਗੁਰਬਾਣੀ ਪਾਠ ਕਰਾਉਂਦੇ ਸਨ। ਬਾਬਾ ਬਹਾਦਰ ਸਿੰਘ ਜੀ ਦੇ ਜੀਵਨ ਨੂੰ ਦੇਖੀਏ ਤਾਂ ਇੰਜ ਲੱਗਦਾ ਜਿਵੇਂ ਉਹ ਸਿਰਫ ਸਿੰਘ ਸਭਾ ਲਹਿਰ ਨਾਲ ਜੁੜ ਕੇ ਨਾ ਸਿਰਫ ਅਗਲੀ ਸਿੱਖ ਪੀੜ੍ਹੀਆਂ ਲਈ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਦਾ ਰਾਹ ਸੁਖਾਲਾ ਕਰ ਰਹੇ ਸਨ, ਇਸ ਦੇ ਨਾਲ ਹੀ ਉਹ ਆਪਣੇ ਬੱਚਿਆਂ ਨੂੰ ਨਾਮ ਬਾਣੀ ਨਾਲ ਜੋੜ ਕੇ ਗੁਰਮਤਿ ਜੀਵਨ ਦੇ ਹਾਣੀ ਬਣਾ ਰਹੇ ਸਨ, ਜੋ ਗੁਰਧਾਮਾਂ ਦੇ ਸਤਿਕਾਰ ਨੂੰ ਬਹਾਲ ਰੱਖ ਸਕਣ। ਬਾਬਾ ਠਾਕਰ ਸਿੰਘ ਜੀ ਆਪਣੀ ਬਾਲ ਅਵਸਥਾ ਵਿੱਚ ਸਭ ਤੋਂ ਪਹਿਲਾਂ ਬਾਬਾ ਬਹਾਦਰ ਸਿੰਘ ਜੀ ਤੋਂ ਹੀ ਗੁਰਬਾਣੀ ਪਾਠ ਸਿੱਖਦੇ ਹਨ। ਪਿਤਾ ਬਹਾਦਰ ਸਿੰਘ ਜੀ ਤੋਂ ਸਿਰਫ ਸੁਣ ਕੇ ਹੀ ਆਪ ਜੀ ਨੇ ਜਪਜੀ ਸਾਹਿਬ ਕੰਠ ਕਰ ਲਿਆ ਸੀ। ਪ੍ਰਸੰਗ ਤੀਸਰਾ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਬਾਲ ਅਵਸਥਾ ਤੋਂ ਹੀ ਬਾਬਾ ਜੀ ਸੁਭਾਅ ਤੋਂ ਸ਼ਾਂਤ ਅਤੇ ਸਹਿਜ ਬਿਰਤੀ ਵਾਲੇ ਸਨ। ਬਾਬਾ ਜੀ ਬਹੁਤ ਹੀ ਘੱਟ ਬੋਲਿਆ ਕਰਦੇ ਸਨ। ਮਾਨੋ ਮੁਖਾਰ ਬਿੰਦ ਤੋਂ ਕੋਈ ਅਕਾਰਥ ਵਾਕ ਨਾ ਬੋਲਣਾ ਤਾਂ ਜਿਵੇਂ ਆਪ ਜੀ ਮੁੱਢੋਂ ਹੀ ਸਿੱਖ ਕੇ ਆਏ ਸਨ। ਉਹਨਾਂ ਸਮਿਆਂ ਵਿੱਚ ਅੱਜ ਦੇ ਦੌਰ ਵਾਂਗ ਸਕੂਲ ਕਾਲਜ ਇਤਨੇ ਨਹੀਂ ਹੁੰਦੇ ਸਨ, ਇਸ ਲਈ ਬਹੁਤਾਤ ਵਿੱਚ ਬੱਚੇ ਆਪਣੇ ਧਾਰਮਿਕ ਦੁਆਰਿਆਂ ਜਾਂ ਫਿਰ ਘਰ ਤੋਂ ਹੀ ਮੁੱਢਲੀ ਵਿੱਦਿਆ ਲਿਆ ਕਰਦੇ ਸਨ। ਬਾਬਾ ਜੀ ਨੂੰ ਮੁੱਢਲੀ ਵਿੱਦਿਆ ਘਰ ਵਿੱਚ ਪਿਤਾ ਬਾਬਾ ਬਹਾਦਰ ਸਿੰਘ ਜੀ ਤੋਂ ਹੀ ਪ੍ਰਾਪਤ ਹੁੰਦੀ ਹੈ। ਪਿਤਾ ਜੀ ਤੋਂ ਗੁਰਬਾਣੀ ਸਿੱਖਣ ਤੋਂ ਬਾਅਦ ਬਾਬਾ ਜੀ ਵੀ ਨਿਤਾ ਪ੍ਰਤੀ ਪਾਠ ਕਰਨ ਲੱਗ ਜਾਂਦੇ ਹਨ। ਬਾਲਕ ਬਾਬਾ ਠਾਕਰ ਸਿੰਘ ਜੀ ਦੇ ਸਾਥੀ ਜਿੱਥੇ ਸਾਰਾ ਦਿਨ ਖੇਡਾਂ ਖੇਡਦੇ, ਸ਼ਰਾਰਤਾਂ ਕਰਦੇ, ਜੋ ਵੀ ਮਨ ਪਰਚਾਵੇ ਲਈ ਬੱਚੇ ਕਰ ਸਕਦੇ ਉਹ ਕਰਦੇ, ਪਰ ਬਾਬਾ ਜੀ ਦੇ ਮਨ ਨੂੰ ਕਦੇ ਇਹ ਖੇਡਾਂ ਨਾ ਭਾਈਆਂ। ਸਗੋਂ ਬਾਬਾ ਜੀ ਗੁਟਕਾ ਸਾਹਿਬ ਜੀ ਨੂੰ ਇੱਕ ਛੋਟੀ ਜਿਹੀ ਮੰਜੀ ਸਾਹਿਬ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਸੁਸ਼ੋਭਿਤ ਕਰਦੇ, ਸਾਥੀਆਂ ਨੂੰ ਬੁਲਾਉਂਦੇ ਅਤੇ ਉਹਨਾਂ ਨੂੰ ਜੋੜੇ ਬਾਹਰ ਉਤਾਰਨ ਅਤੇ ਹੱਥ ਮੂੰਹ ਧੋ ਕੇ ਦਰਸ਼ਨ ਕਰਨ ਲਈ ਕਹਿੰਦੇ, ਬਾਣੀ ਪੜ੍ਹ ਕੇ ਸੁਣਾਉਂਦੇ ਅਤੇ ਬਾਅਦ ਵਿੱਚ ਪ੍ਰਸਾਦ ਵਰਤਾਉਂਦੇ। ਬਾਬਾ ਜੀ ਆਪ ਦੱਸਦੇ ਸਨ ਕਿ ਜਦੋਂ ਉਹ ਬਾਲ ਅਵਸਥਾ ਵਿੱਚ ਸਨ ਤਾਂ ਉਹਨਾਂ ਸੰਕਲਪ ਧਾਰਿਆ ਸੀ ਕਿ ਕਿਸੇ ਪੂਰਨ ਸਾਧੂ ਸੰਤ ਮਹਾਤਮਾ ਦੀ ਸੰਗਤ ਅਤੇ ਸੇਵਾ ਕਰਨੀ ਹੈ। ਉਹਨਾਂ ਦਾ ਇਹ ਸੰਕਲਪ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਅਭਿਲਾਖੀ ਭਾਈ ਕਿਹਰ ਸਿੰਘ ਮਾੜੀ ਮਿੱਘਾ ਦੁਆਰਾ ਪੂਰਨ ਹੁੰਦਾ ਹੈ।
ਪਰ ਇਸ ਤੋਂ ਪਹਿਲਾਂ ਕਿਵੇਂ ਆਪ ਜੀ ਦੇ ਅੰਦਰ ਗੁਰਬਾਣੀ ਪ੍ਰੇਮ ਰਸ ਦਾ ਕਿਣਕਾ ਕਿਣਕਾ ਦਰਿਆ ਬਣਦਾ ਜੋ ਕਿਸੇ ਸਾਗਰ ਵਿੱਚ ਮਿਲਣ ਲਈ ਵੈਰਾਗ ਕਰਦਾ, ਉਹ ਜਾਣਨਾ ਵੀ ਜ਼ਰੂਰੀ ਹੈ। ਬਾਬਾ ਠਾਕਰ ਸਿੰਘ ਜੀ ਜਲਦੀ ਹੀ ਪਿਤਾ ਜੀ ਨਾਲ ਘਰੇਲੂ ਕੰਮਾਂ ਕਾਜਾਂ ਵਿੱਚ ਹੱਥ ਵਟਾਉਣ ਲੱਗ ਜਾਂਦੇ ਹਨ। ਪਿਤਾ ਬਹਾਦਰ ਸਿੰਘ ਕਿਉਂਕਿ ਖੇਤੀ ਕਰਦੇ ਸਨ, ਇਸ ਲਈ ਬਾਲਕ ਬਾਬਾ ਠਾਕਰ ਸਿੰਘ ਜੀ ਵੀ ਉਹਨਾਂ ਨਾਲ ਖੇਤਾਂ ਵਿੱਚ ਆ ਕੇ ਮਦਦ ਕਰਦੇ। ਪਿਤਾ ਬਹਾਦਰ ਸਿੰਘ ਜੀ ਕੰਮਕਾਰ ਕਰਦਿਆਂ ਵੀ ਜਪਜੀ ਸਾਹਿਬ ਦਾ ਪਾਠ ਕਰਦੇ ਰਹਿੰਦੇ ਸਨ। ਮਾਨੋ ਉਹਨਾਂ ਨੂੰ ਕੋਈ ਸਵਾਸ ਨਾਮ ਬਾਣੀ ਦੇ ਵਿਅਰਥ ਨਾ ਚਲਿਆ ਜਾਵੇ, ਇਸ ਗੱਲ ਦਾ ਭੈ ਹੋਵੇ। ਪਿਤਾ ਜੀ ਫਿਰ ਜਦੋਂ ਕੰਮਕਾਰ ਕਰਦਿਆਂ ਪਾਠ ਕਰਦੇ ਤਾਂ ਕਦੇ ਕਦੇ ਵੈਰਾਗ ਵਿੱਚ ਚਲੇ ਜਾਂਦੇ। ਗੁਰਬਾਣੀ ਦਾ ਪਾਠ ਕਰਦਿਆਂ ਉਹਨਾਂ ਵਿੱਚ ਆਏ ਇਸ ਕਿਰਸਮਾਈ ਅੰਤਰ ਨੂੰ ਬਾਲਕ ਬਾਬਾ ਜੀ ਵੀ ਅੱਖੀਂ ਦੇਖਦੇ। ਪਿਤਾ ਜੀ ਦੇ ਇਹਨਾਂ ਅਨੁਭਵਾਂ ਨੇ ਉਹਨਾਂ ਦੇ ਬਾਲਕ ਮਨ 'ਤੇ ਵੀ ਇਤਨਾ ਅਸਰ ਕਰ ਦਿੱਤਾ ਸੀ ਕਿ ਉਹ ਪਿਤਾ ਜੀ ਤੋਂ ਪੁੱਛੇ ਬਿਨਾਂ ਰਹਿ ਨਹੀਂ ਸਕੇ ਕਿ ਇਹ ਵੈਰਾਗ ਉਹਨਾਂ ਨੂੰ ਆਉਂਦਾ ਕਿਵੇਂ ਹੈ। ਪਿਤਾ ਜੀ ਬਾਲਕ ਬਾਬਾ ਜੀ ਨੂੰ ਗੁਰਬਾਣੀ ਦਾ ਮਹਾਤਮ ਸਮਝਾਉਂਦਿਆਂ ਆਪਣਾ ਸਾਰਾ ਅਨੁਭਵ ਸਾਂਝਾ ਕਰ ਦਿੰਦੇ। ਇਸ ਤੋਂ ਬਾਅਦ ਤਾਂ ਬਾਲਕ ਬਾਬਾ ਜੀ ਆਪਣੇ ਮੁੱਢਲੇ ਮੁੱਢ ਕਦੀਮ ਸੁਭਾਅ ਵਿੱਚ ਜਿਵੇਂ ਦੁਬਾਰਾ ਪ੍ਰਵੇਸ਼ ਕਰਨ ਵਾਲੀ ਹਾਲਤ ਵਿੱਚ ਚਲੇ ਜਾਂਦੇ ਹਨ। ਉਹ ਨਿਤਾ ਪ੍ਰਤੀ ਹਰ ਆਉਂਦੇ ਜਾਂਦੇ ਸਵਾਸ ਨਾਲ ਗੁਰਬਾਣੀ ਦਾ ਪਾਠ ਅਤੇ ਨਾਮ ਸਿਮਰਨ ਕਰਨ ਲੱਗ ਜਾਂਦੇ ਹਨ। ਲਗਾਤਾਰ ਪਾਠ ਸਿਮਰਨ ਕਰਦਿਆਂ ਜਦੋਂ ਉਹਨਾਂ 'ਤੇ ਵੈਰਾਗ ਵਾਪਰਦਾ ਤਾਂ ਘਰ ਵਾਲੇ ਅਤੇ ਆਸ-ਪਾਸ ਸਭ ਅਚੰਭਤ ਹੋ ਜਾਂਦੇ। ਬਾਬਾ ਜੀ ਬਿਲਕੁਲ ਭਾਵਲੇਸ ਮਾਤਰ ਵੀ ਦੁਨੀਆ ਦੀਆਂ ਚਲਾਕੀਆਂ ਅਤੇ ਦੁਸ਼ਵਾਰੀਆਂ ਨੂੰ ਨਹੀਂ ਅਪਣਾਉਂਦੇ ਅਤੇ ਆਪਣੇ ਉਸ ਮੁੱਢ ਕਦੀਮੀ ਬਖਸ਼ਿਸ਼ ਹੋਏ ਭੋਲੇ ਭਾਵ ਵਿੱਚ ਹੀ ਰਹਿੰਦੇ ਹਨ। ਮਾਨੋ ਜਿਵੇਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕੋਈ ਚਲਾਕੀ ਅਤੇ ਦੁਸ਼ਵਾਰੀ ਨਾਂ ਦੇ ਵਿਚਾਰ ਵੀ ਹੁੰਦੇ ਹਨ। ਗੁਰਬਾਣੀ ਪਾਠ ਸਿਮਰਨ ਰਾਹੀਂ ਉਪਜੇ ਵੈਰਾਗ ਨੇ ਆਪ ਜੀ ਦੇ ਬਾਲਗ ਮਨ ਤੋਂ ਮਾਇਆ ਦੇ ਪ੍ਰਭਾਵਾਂ ਨੂੰ ਇਤਨੀ ਦੂਰ ਧਕੇਲ ਦਿੱਤਾ ਕਿ ਆਪ ਜੀ ਨੂੰ ਵਿਸ਼ਿਆਂ ਵਿਕਾਰਾਂ ਦੀ ਹੋਂਦ ਤੱਕ ਦੇ ਅਹਿਸਾਸ ਦਾ ਵੀ ਅਨੁਭਵ ਖਿਆਲ ਪੱਧਰ 'ਤੇ ਕਦੇ ਨਹੀਂ ਆਇਆ। ਬਾਲਪਨ ਵਿੱਚ ਲੱਗੀ ਨਾਮ ਰਸ ਦੀ ਚੇਟਕ ਪ੍ਰੌੜ ਕਿਸ਼ੋਰ ਅਵਸਥਾ ਤੱਕ ਇਤਨੀ ਵੱਧ ਜਾਂਦੀ ਹੈ ਕਿ ਬਾਬਾ ਠਾਕਰ ਸਿੰਘ ਜੀ ਦੇ ਮਾਤਾ ਪਿਤਾ ਜੀ ਆਪ ਜੀ ਦੇ ਅਗਲੇਰੇ ਜੀਵਨ ਪ੍ਰਤੀ ਚਿੰਤਤ ਹੋਣ ਲੱਗ ਜਾਂਦੇ ਹਨ। ਪ੍ਰੌੜ ਅਵਸਥਾ ਵਿੱਚ ਆਏ ਬਾਬਾ ਜੀ ਰਾਵੀ ਕੰਢੇ ਮੱਝਾਂ ਚਾਰਦੇ ਨਾਲ ਗੁਰਬਾਣੀ ਦਾ ਪਾਠ ਸਿਮਰਨ ਕਰਦੇ ਰਹਿੰਦੇ ਸਨ। ਬਾਬਾ ਜੀ ਦੇ ਨਿਕਟਵਰਤੀ ਦੱਸਦੇ ਹਨ ਕਿ ਬਾਬਾ ਜੀ ਜਦੋਂ ਵੀ ਮੱਝਾਂ ਚਾਰਦੇ ਤਾਂ ਉਹ ਕਦੇ ਵੀ ਉਹਨਾਂ ਨੂੰ ਸੋਟੀ ਨਾਲ ਨਹੀਂ ਸੀ ਮਾਰਦੇ। ਬਾਬਾ ਜੀ ਉਹਨਾਂ ਨੂੰ ਵੀ ਪਰਮੇਸ਼ਰ ਪਿਆਰੇ ਦੀ ਸਿਰਜਣਾ ਦਾ ਅੰਗ ਸਮਝ ਨਾ ਹੀ ਮਾਰਦੇ, ਨਾ ਹੀ ਉੱਚਾ ਬੋਲ ਹੱਕਦੇ, ਸਗੋਂ ਹੱਥ ਵਿੱਚ ਇੱਕ ਪਰਨਾ ਰੱਖ ਲੈਂਦੇ ਸਨ ਜਿਸ ਨਾਲ ਉਹਨਾਂ ਨੂੰ ਹੱਕਦੇ ਅਤੇ ਮੋੜਦੇ। ਘਰ ਤੋਂ ਨਿਕਲਣ ਵੇਲੇ ਹੀ ਪਰਨੇ ਨਾਲ ਪਸ਼ੂਆਂ ਨੂੰ ਚਰਾਉਂਦੇ ਉਹ ਘਰੋਂ ਨਿਕਲ ਜਾਂਦੇ ਅਤੇ ਦੇਰ ਸ਼ਾਮ ਪਰਨੇ ਨਾਲ ਹੀ ਹੱਕਦੇ ਉਹਨਾਂ ਨੂੰ ਵਾਪਸ ਲੈ ਆਉਂਦੇ ਸਨ। ਬਾਬਾ ਜੀ ਦੇ ਬਚਪਨ ਦੇ ਸਾਥੀ ਦੱਸਦੇ ਹਨ ਕਿ ਬਾਬਾ ਜੀ ਪਸ਼ੂਆਂ ਨੂੰ ਚਾਰਗਾਹ ਵਾਲੀ ਜ਼ਮੀਨ 'ਤੇ ਛੱਡ ਕੇ ਆਪ ਪਰਨਾ ਕਿਸੇ ਝਾੜੀ 'ਤੇ ਫੈਲਾ ਆਪ ਉਹਲੇ ਹੋ ਕੇ ਇਕਾਂਤ ਵਿੱਚ ਚੌਂਕੜਾ ਮਾਰ ਕੇ ਗੁਟਕਾ ਸਾਹਿਬ ਤੋਂ ਪਾਠ ਕਰਦੇ ਹੁੰਦੇ ਸਨ। ਉਹ ਦੱਸਦੇ ਸਨ ਕਿ ਉਹਨਾਂ ਨੇ ਕਈ ਵਾਰ ਬਾਬਾ ਜੀ ਦੇ ਘਰ ਦੀਆਂ ਮੱਝਾਂ ਚਾਰੀਆਂ ਕਿਉਂਕਿ ਬਾਬਾ ਜੀ ਕਿੰਨਾ ਚਿਰ ਪਾਠ ਕਰਦੇ ਸੁੱਧ ਬੁੱਧ ਤੋਂ ਉੱਪਰ ਚਲੇ ਜਾਂਦੇ ਸਨ। ਮਾਤਾ ਪਿਤਾ ਜੀ ਨੂੰ ਪਹਿਲਾਂ ਹੀ ਆਪ ਜੀ ਦੀ ਦੁਨੀਆ ਪ੍ਰਤੀ ਉਪਰਾਮਤਾ ਦੀ ਖਬਰ ਸੀ, ਪਰ ਉਹਨਾਂ ਆਪ ਜੀ ਦਾ ਮਨ ਦੁਨੀਆਦਾਰੀ ਵਾਲੇ ਕੰਮਾਂ ਕਾਰਾਂ ਵੱਲ ਨੂੰ ਮੋੜਨ ਦੇ ਪ੍ਰਯਤਨ ਕੀਤੇ। ਜਿਵੇਂ ਕਮਲ ਚਿੱਕੜ ਵਿੱਚ ਉੱਗਾ ਹੁੰਦਾ ਹੈ ਅਤੇ ਜਿਤਨਾ ਮਰਜ਼ੀ ਚਿੱਕੜ ਪਾਣੀ ਆਦਿ ਨਾਲ ਭਰ ਜਾਏ, ਕਮਲ ਦਾ ਫੁੱਲ ਡੁੱਬਣ ਦੀ ਬਜਾਏ ਹੋਰ ਉੱਪਰ ਉੱਠ ਜਾਂਦਾ ਹੈ। ਇਸੇ ਹੀ ਤਰ੍ਹਾਂ ਬਾਬਾ ਜੀ ਦੇ ਅੰਦਰਲਾ ਵੈਰਾਗ ਹੋਰ ਪ੍ਰਬਲ ਹੋਈ ਜਾ ਰਿਹਾ ਸੀ। ਇਹ ਵੈਰਾਗ ਰੂਪੀ ਕਮਲ ਫੁੱਲ ਜਿਵੇਂ ਜਿਵੇਂ ਵੱਧ ਰਿਹਾ ਸੀ, ਬਾਬਾ ਜੀ ਦੀ ਦੁਨੀਆ ਪ੍ਰਤੀ ਉਪਰਾਮਤਾ ਵੱਧਦੀ ਜਾ ਰਹੀ ਸੀ। ਪਰ ਇਸ ਫੁੱਲ ਨੇ ਵੱਧ ਕੇ ਨਾਮ ਰਸ ਵਿੱਚ ਰਸਿਆਂ ਆਕਾਸ਼ੀ ਉਡਾਰਾਂ ਹੀ ਨਹੀਂ ਸਨ ਮਾਰਨੀਆਂ, ਸਗੋਂ ਆਪਣੇ ਪਿਆਰੇ ਕਾਦਰ ਦੀ ਮਿਹਰ ਦਾ ਪਾਤਰ ਬਣ ਕੇ ਇਸ ਚਿੱਕੜ ਦੀ ਸਫਾਈ ਵੀ ਕਰਨੀ ਸੀ। ਭਾਵ ਬਾਬਾ ਜੀ ਦਾ ਅੰਦਰਲਾ ਵੈਰਾਗ ਕਿਸੇ ਪੂਰਨ ਸਾਧੂ ਸੰਤ ਮਹਾਤਮਾ ਦੇ ਮਿਲਣ ਦੀ ਉਡੀਕ ਕਰ ਰਿਹਾ ਸੀ ਤਾਂ ਕਿ ਉਹਨਾਂ ਦੀ ਸੇਵਾ ਕਰਕੇ ਕਿਰਪਾ ਦਾ ਪਾਤਰ ਬਣਿਆ ਜਾਵੇ ਅਤੇ ਸੰਸਾਰੀ ਜੀਵਾਂ ਦਾ ਭਲਾ ਕੀਤਾ ਜਾਵੇ। ਪ੍ਰਸੰਗ ਨੰਬਰ 4, ਦਮਦੀ ਟਕਸਾਲ ਨਾਲ ਜੁੜਨ ਦੀ ਵਿਧ ਬਣਨੀ। ਬਾਬਾ ਜੀ ਦਾ ਅੰਦਰਲਾ ਵੈਰਾਗ ਭਾਵੇਂ ਦੁਨੀਆ ਤੋਂ ਉਪਰਾਮਤਾ ਵਾਲਾ ਸੀ, ਪਰ ਉਹ ਦੁਨੀਆ ਵਿੱਚ ਰਹਿੰਦੇ ਹੀ ਪਰਉਪਕਾਰੀ ਧਰਮ ਨਿਭਾਉਣਾ ਚਾਹੁੰਦੇ ਸਨ, ਜੋ ਕਿ ਪੂਰਨ ਸਾਧੂ ਸੰਤਾਂ ਦੀ ਨਿਸ਼ਾਨੀ ਹੁੰਦੀ ਹੈ, ਜੋ ਅਕਾਲ ਪੁਰਖ ਦੇ ਆਪ ਚੁਣੇ ਹੁੰਦੇ ਹਨ। ਬਾਬਾ ਠਾਕੁਰ ਸਿੰਘ ਜੀ ਦੀ ਅਵਸਥਾ ਗੁਰਬਾਣੀ ਦੇ ਇਸ ਫਰਮਾਨ ਵਾਂਗ ਨਾ ਹੋ ਗਈ ਸੀ। ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ, ਗੁਰ ਪੂਰਾ ਮੈਂ ਲਾਵਾ ਮੇਰਾ ਪ੍ਰੀਤਮ, ਹਉ ਵਾਰ ਵਾਰ ਆਪਣੇ ਗੁਰੂ ਕਉ ਜਾਸਾ। ਰਹਾਉ।
ਸੋ ਸਮੁੱਚੇ ਖੰਡਾਂ ਬ੍ਰਹਮੰਡਾਂ ਦੀ ਵਿਧੀ ਵਿਧਾਨ ਚਲਾਉਣ ਵਾਲੇ ਵਿਧਾਤਾ ਅਕਾਲ ਪੁਰਖ ਨੇ ਅਜਿਹੀ ਵਿਧਾ ਰਚਾਈ ਕਿ ਬਾਬਾ ਠਾਕਰ ਸਿੰਘ ਜੀ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਨਾਲ ਜੋੜਨ ਦਾ ਰਸਤਾ ਉਹਨਾਂ ਦੇ ਘਰੇ ਹੀ ਭਾਈ ਕਿਹਰ ਸਿੰਘ ਮਾੜੀ ਬਿੱਗਾ ਵਾਲਿਆਂ ਰਾਹੀਂ ਬਣਾ ਦਿੱਤਾ। ਇਹ ਵਿਧਾਨ ਇਸ ਤਰ੍ਹਾਂ ਬਣਦਾ ਹੈ ਕਿ ਬਾਬਾ ਠਾਕਰ ਸਿੰਘ ਜੀ ਨੇ ਆਪ ਹੀ ਪਿਤਾ ਜੀ ਨੂੰ ਕਿਸੇ ਪੂਰਨ ਸੰਤ ਮਹਾਤਮਾ ਦੀ ਸੇਵਾ ਕਰਨ ਦੇ ਸੰਕਲਪ ਬਾਰੇ ਦੱਸ ਦਿੰਦੇ ਹਨ। ਪਿਤਾ ਜੀ ਅਤੇ ਨਿਕਟਵਰਤੀ ਸਭਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਬਾਬਾ ਠਾਕਰ ਸਿੰਘ ਜੀ ਕੋਈ ਸਧਾਰਨ ਮਨੁੱਖ ਨਹੀਂ ਹਨ। ਸੋ ਪਿਤਾ ਜੀ ਬਾਬਾ ਜੀ ਦੀ ਬੇਨਤੀ ਮੰਨ ਲੈਂਦੇ ਹਨ ਅਤੇ ਉਹਨਾਂ ਲਈ ਪੂਰਨ ਸੰਤ ਮਹਾਤਮਾ ਨੂੰ ਲੱਭਣ ਦਾ ਪ੍ਰਯਤਨ ਸ਼ੁਰੂ ਕਰ ਦਿੰਦੇ ਹਨ। ਇੱਕ ਵਾਰ ਪਿਤਾ ਜੀ ਆਪਣੇ ਸਾਥੀ ਭਾਈ ਕਿਹਰ ਸਿੰਘ ਮਾੜੀ ਬਿੱਗਾ ਵਾਲਿਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਬਾਬਾ ਠਾਕਰ ਸਿੰਘ ਜੀ ਦੀ ਵੈਰਾਗ ਅਵਸਥਾ ਬਾਰੇ ਗੱਲ ਕਰਨ ਲੱਗ ਜਾਂਦੇ ਹਨ ਅਤੇ ਸਾਰੀ ਵਿਥਿਆ ਬਿਆਨ ਕਰ ਦਿੰਦੇ ਹਨ ਕਿ ਬਾਲਕ ਬਾਬਾ ਠਾਕਰ ਸਿੰਘ ਜੀ ਕਿਸੇ ਪੂਰਨ ਸੰਤ ਮਹਾਤਮਾ ਦੀ ਸੇਵਾ ਅਤੇ ਸੰਗਤ ਕਰਨੀ ਲੋਚਦੇ ਹਨ। ਭਾਈ ਕਿਹਰ ਸਿੰਘ ਜੀ ਉਹਨਾਂ ਅੱਗੇ ਪੰਥ ਦੇ ਬਹੁਤ ਹੀ ਮਹਾਨ ਪੂਰਨ ਸੰਤ ਵਿਦਿਆ ਮਾਰਤੰਡ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜ਼ਿਕਰ ਕਰਦੇ ਹਨ। ਸੰਤ ਜੀ ਦੇ ਨਾਮ 'ਤੇ ਪਿਤਾ ਜੀ ਸਹਿਮਤੀ ਪ੍ਰਗਟਾਉਂਦੇ। ਪਿਤਾ ਬਹਾਦਰ ਸਿੰਘ ਜੀ ਸਾਥੀ ਕਿਹਰ ਸਿੰਘ ਦੀ ਸਲਾਹ ਨੂੰ ਉੱਤਮ ਸਮਝਦਿਆਂ ਬਾਬਾ ਠਾਕਰ ਸਿੰਘ ਜੀ ਨੂੰ ਸੰਤ ਜੀ ਪਾਸ ਛੱਡ ਆਉਣ ਦੀ ਸਹਿਮਤੀ ਦੇ ਦਿੰਦੇ ਹਨ। ਪਿਤਾ ਬਹਾਦਰ ਸਿੰਘ ਅਤੇ ਭਾਈ ਕਿਹਰ ਸਿੰਘ ਮਾੜੀ ਬਿੱਗਾ ਵਾਲਿਆਂ ਨੂੰ ਤਾਂ ਇੰਜ ਲੱਗਦਾ ਸੀ ਕਿ ਉਹਨਾਂ ਦੁਆਰਾ ਬਾਬਾ ਠਾਕਰ ਸਿੰਘ ਜੀ ਨੂੰ ਭਿੰਡਰ ਕਲਾਂ ਛੱਡਣਾ ਉਹਨਾਂ ਦੀ ਆਪਸੀ ਸਲਾਹ ਵਿੱਚੋਂ ਉਪਜਿਆ ਉੱਤਮ ਫੈਸਲਾ ਹੈ ਜੋ ਬਾਬਾ ਜੀ ਦੀ ਅਵਸਥਾ ਲਈ ਫਾਇਦੇਮੰਦ ਸਾਬਤ ਹੋਵੇਗਾ। ਪਰ ਇਹ ਤਾਂ ਸਭ ਕੁਝ ਵਿਧੀ ਵਿਧਾਨ ਸਾਜਣ ਵਾਲੇ ਹੁਕਮੀ ਦਾ ਰੰਗ ਸੀ। ਉਹਨਾਂ ਹੁਣ ਬਾਬਾ ਠਾਕਰ ਸਿੰਘ ਜੀ ਨੂੰ ਉਹਨਾਂ ਦੇ ਪੂਰਬਲੇ ਜਨਮਾਂ ਦੇ ਸਾਥੀਆਂ ਦੀ ਸੰਗਤ ਵਿੱਚ ਸੇਵਾ ਕਰਨ ਦਾ ਦੁਬਾਰਾ ਤੋਂ ਸੁਭਾਗ ਬਖਸ਼ਣਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।